ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚਲੀਐ। ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਸੈ ਜੀਵਨਾ। ਜੁਗੋ ਜੁਗ ਅਟਾਲੋ ਚਵਰ ਸ਼ਤੁਰ ਤਖਤ ਮਾਲਿਕ ਸਾਹਿਬ ਸੱਚਾ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਹਰ ਰੋਜ਼ ਦੀ ਤਰ੍ਹਾਂ। ਆਸਾ ਕੀ ਵਾਰ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰ ਰਹੇ ਹਾਂ। ਆਓ ਅੱਜ ਆਸਾ ਕੀ ਵਾਰ ਦੀ ਪੌੜੀ ਨੰਬਰ 7 ਔਰ ਨਾਲ ਸੰਬੰਧਿਤ ਸ਼ਲੋਕਾਂ ਦੀ ਵਿਚਾਰ ਕਰਨ ਦਾ ਯਤਨ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅਦਬ ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤ ਸੰਗੀ ਜਨੋ, ਗੁਰੂ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਰਾਹੀਂ ਸਾਨੂੰ ਬੜੀ ਸੋਹਣੀ ਤਾਕੀਦ, ਬੜੀ ਸੋਹਣੀ ਸਿੱਖਿਆ ਜਿਹੜੀ ਹੈ ਉਹ ਦੇਣਾ ਕੀਤੀ ਹੈ ਤੇ ਆਖਿਆ ਹੈ ਜਗ ਜੀਵਨ ਦਾਤਾ ਐਵੇਂ ਨਹੀਂ ਪਾਇਆ ਜਾਂਦਾ। ਉਸ ਜਗਤ ਦੇ ਵਿੱਚ ਵਸੇ ਹੋਏ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਪਾਉਣ ਵਾਸਤੇ ਨਾ ਆਪਾਂ ਭਾਵ ਤਿਆਗਣਾ ਪੈਂਦਾ ਹੈ, ਆਪਣੀ ਹਉ ਨੂੰ ਆਪਣੀ ਮੈਂ ਨੂੰ ਛੱਡਣਾ ਪੈਂਦਾ ਹੈ, ਹੰਕਾਰ ਤੋਂ ਦੂਰ ਹੋਣਾ ਪੈਂਦਾ ਹੈ। ਸਤਿਗੁਰੂ ਜੀ ਨੇ ਇਹੀ ਬਾਤ ਅੱਜ ਦੇ ਸ਼ਲੋਕਾਂ ਅੰਦਰ ਦੱਸਣਾ ਕੀਤੀ ਹੈ। ਭਾਈ ਸਾਹਿਬ ਦੇ ਪਾਸੋਂ ਆਪਣੇ ਸ਼ਲੋਕਾਂ ਦੀਆਂ ਪੰਕਤੀਆਂ ਸ਼ਰਵਣ ਕੀਤੀਆਂ ਨੇ ਤੇ ਬਾਬੇ ਨੇ ਆਖਿਆ ਹੈ ਵੀ ਬੰਦੇ ਦੇ ਅੰਦਰ ਜਦੋਂ ਆਪਣੀ ਇੱਕ ਅਡਰੀ ਅਲੱਗ ਹਸਤੀ ਆਪਣੀ ਬਣਾ ਕੇ ਬੈਠ ਜਾਂਦਾ ਹੈ ਨਾ ਵੀ ਮੈਂ ਹਾਂ, ਮੈਂ ਹੀ ਸਾਰਾ ਕੁਝ ਕਰ ਸਕਦਾ ਹਾਂ, ਮੇਰੇ ਤੋਂ ਬਿਨਾਂ ਕੋਈ ਹੋ ਨਹੀਂ ਸਕਦਾ,
ਜੇ ਮੈਂ ਨਾ ਕੀਤਾ ਤਾਂ ਵੀ ਨਹੀਂ ਹੋ ਸਕਦਾ, ਮੈਂ ਹੀ ਸਾਰਾ ਕੁਝ ਕਰ ਸਕਦਾ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ, ਉਦੋਂ ਸਾਡੀ ਉਸ ਅੰਦਰ ਵਸੇ ਹੋਏ ਰੱਬ, ਕੁਦਰਤ ਦੇ ਵਿੱਚ ਵਸੇ ਹੋਏ ਰੱਬ ਤੋਂ ਸਾਡੀ ਦੂਰੀ ਬਣਦੀ ਹੈ। ਫਿਰ ਇਹ ਹੁੰਦਾ ਹੈ ਹੋਂ ਵਿੱਚ ਆਇਆ, ਹੋਂ ਵਿੱਚ ਗਿਆ। ਬੰਦਾ ਮੈਂ ਵਿੱਚ ਹੀ ਆਉਂਦਾ ਹੈ ਤੇ ਮੈਂ ਕਰਦਾ ਹੀ ਜਾਂਦਾ ਹੈ। ਤੇ ਜਿੰਨੀ ਦੇਰ ਜ਼ਿੰਦਗੀ ਰਹਿੰਦੀ ਹੈ ਨਾ, ਸਵਾਸ ਭੋਗਦਾ, ਉਹਦਾ ਨੇਚਰ, ਉਹਦੀ ਅਵਸਥਾ, ਉਹਦਾ ਜੀਵਨ ਢੰਗ, ਉਹਦੇ ਲੱਛਣ, ਉਹਦੇ ਜੀਵਨ ਜਿਉਣ ਦੀਆਂ ਕਰਤੂਤਾਂ, ਕਰਮ ਜਿਹੜੇ ਨੇ ਨਾ, ਉਹ ਇਦਾਂ ਦੇ ਬਣ ਜਾਂਦੇ ਨੇ। ਸਤਿਗੁਰੂ ਜੀ ਆਖਦੇ ਹੋਂ ਵਿੱਚ ਆਇਆ, ਹੋਂ ਵਿੱਚ ਗਿਆ। ਆਓ ਅਗਲੀਆਂ ਪੰਕਤੀਆਂ ਜਿਹੜੀਆਂ ਨੇ ਉਹ ਸਰਵਣ ਕਰੀਏ ਜੀ। ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ। ਵੇਖੋ ਬੰਦਾ ਜਦੋਂ ਆਪਣੀ ਇੱਕ ਅਟਰੀ ਹੀ ਅਲੱਗ ਹੀ ਹਸਤੀ ਮੰਨਦਾ ਹੈ ਨਾ, ਉਦੋਂ ਉਹ ਪਤਾ ਨਹੀਂ ਕਿੰਨੀ ਵਾਰ ਜੰਮਦਾ ਹੈ ਤੇ ਕਿੰਨੀ ਵਾਰ ਮਰਦਾ ਹੈ। ਤੇ ਹਉਮੈ ਦੇ ਵਿੱਚ ਹੀ ਉਹ ਜੇ ਕਿਸੇ ਨੂੰ ਕੁਝ ਦਿੰਦਾ ਹੈ ਤੇ ਇਹ ਆਖਦਾ ਹੈ ਵੀ ਮੈਂ ਦਿੱਤਾ, ਆਪਣਾ ਆਪ ਜਨਾਉਂਦਾ ਹੈ। ਜਿਵੇਂ ਕੱਲ ਆਪਾਂ ਪੜ੍ਹਿਆ ਨਾ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੇ ਵਿੱਚੋਂ, ਕੱਲ ਦੇ ਸ਼ਲੋਕ ਵਿੱਚੋਂ, ਕਿ ਬੰਦਾ ਕਿਸੇ ਨੂੰ ਕੁਝ ਦੇ ਕੇ ਇਹ ਆਪਣੇ ਆਪ ਨੂੰ ਜਨਾਉਂਦਾ ਹੈ ਵੀ ਮੈਂ ਇੰਨਾ ਪੁੰਨ ਕੀਤਾ ਹੈ ਤੇ ਹਜ਼ਾਰਾਂ ਗੁਣਾ ਮੈਨੂੰ ਜਿਹੜਾ ਉਹਦਾ ਫਲ ਮਿਲੇ, ਲੋਕ ਮੇਰੀ ਵਡਿਆਈ ਨਹੀਂ ਕਰਨਾ। ਇਹ ਹੋਮੇ ਹੈ ਵੀ ਆਪ ਰੱਬ ਦੇ ਨਾਲੋਂ, ਗੁਰੂ ਦੇ ਨਾਲੋਂ ਆਪਣੀ ਇੱਕ ਅਲੱਗ ਹਸਤੀ ਜਿਹੜੀ ਹੈ ਉਹ ਕੰਮ ਕਾਇਮ ਕਰਕੇ ਬੈਠ ਗਿਆ। ਹੋਂ ਵਿੱਚ ਦਿੱਤਾ, ਹੋਂ ਵਿੱਚ, ਜੇ ਕਿਸੇ ਕੋਲੋਂ ਲੈਣਾ ਹੈ ਤੇ ਤਾਂ ਵੀ ਹੋਂ ਵਿੱਚ ਹੀ ਲਿਖਦਾ ਹੈ। ਹਾਂ ਵਿੱਚ ਖਟਿਆ, ਹਾਂ ਵਿੱਚ ਗਿਆ। ਕਹਿੰਦੇ ਹੋਂ ਵਿੱਚ ਹੀ ਕੁਝ ਖਟਦਾ ਹੈ ਤੇ ਹੋਂ ਵਿੱਚ ਵੀ ਉਹਦੇ ਕੋਲੋਂ ਚਲਾ ਜਾਂਦਾ ਹੈ। ਭਾਵ ਆਪਣੀ ਇੱਕ ਅਲੱਗ ਹਸਤੀ ਜਿਹੜੀ ਹੈ ਬੰਦੇ ਨੇ ਕਾਇਮ ਕਰਕੇ ਰੱਖ ਲਈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਅੰਦਰ ਇਸੇ ਹੀ ਹੋਣ ਨੂੰ, ਇਸੇ ਹੀ ਕੂੜ ਦੀ ਕੰਧ ਨੂੰ ਖਤਮ ਕਰਨ ਲਈ ਸਾਨੂੰ ਸਮਝਾਇਆ ਕਿ ਜੇ ਅੰਦਰ ਬਣੀ ਹੋਈ ਐਸੀ ਸਾਡੀ ਅਵਸਥਾ ਹੈ ਨਾ ਵੀ ਹੋਂ ਵਾਲੀ, ਹੰਕਾਰ ਵਾਲੀ, ਹਉਮੈ ਵਾਲੀ ਹੈ, ਤੇ ਜਿੰਨੀ ਦੇਰ ਤੱਕ ਉਹ ਲੀਕ, ਉਹ ਦੀਵਾਰ ਬਣੀ ਹੋਈ ਹੈ, ਉਨੀ ਦੇਰ ਤੱਕ ਗੁਰੂ ਨਾਲ ਸਾਡੀ ਕਦੇ ਸਾਂਝ ਨਹੀਂ ਪੈ ਸਕਦੀ। ਅਸੀਂ ਉਨੀ ਦੇਰ ਤੱਕ ਗੁਰੂ ਵਾਲੇ ਨਹੀਂ ਹੋ ਸਕਦੇ, ਭਾਵੇਂ ਗੁਰੂ ਕੋਲ ਰਹਿ ਕੇ ਅਸੀਂ ਧਰਮ ਦੇ ਨਾਂ ਤੇ ਕੰਮ ਸਾਰੇ ਕਰੀ ਚੱਲੀਏ। ਤੇ ਬਾਬਾ ਆਖਦਾ ਹੈ ਨਾ, ਕਿਵੇਂ ਸਚਿਆਰਾ ਹੋਈ ਹੈ, ਸੱਚੇ ਕਿਵੇਂ ਹੋਈਏ, ਕਿਵੇਂ ਕੂੜਾ ਟੁੱਟੈ ਪਾਲ। ਅੰਦਰ ਬਣੀ ਹੋਈ ਜਿਹੜੀ ਕੂੜ ਦੀ ਕੰਧ ਹੈ, ਜੋ ਕੂੜ ਕੀ ਇਹੀ ਹੈ ਨਾ ਵੀ ਬੰਦਾ ਦਾਨ ਦੇ ਕੇ ਵੀ, ਕਿਸੇ ਨੂੰ ਕੁਝ ਦੇ ਕੇ ਵੀ ਹੋਂ ਰੱਖੀ ਫਿਰਦਾ ਹੈ, ਇਹ ਪਾਲੀ ਫਿਰਦਾ ਹੈ ਵੀ ਮੈਂ ਦਿੱਤਾ ਹੈ, ਮੈਂ ਦਿੱਤਾ, ਮੈਂ ਦੁਨੀਆ ਦਾ ਦਾਤਾ, ਅਲੱਗ ਹਸਤੀ ਬਣਾ ਕੇ ਬੈਠ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਭਾਈ ਐਸੇ ਖੋਟੇ ਕਰਮਾਂ ਵਿੱਚ ਨਾ ਪਏ, ਨਹੀਂ ਤੇ ਸਾਰੀ ਜ਼ਿੰਦਗੀ ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ। ਇਦਾਂ ਹੀ ਸਾਰਾ ਕੁਝ ਕਦੇ ਖਟਦਾ ਰਹੇਗਾ, ਉਹ ਵੀ ਹੋਂ ਵਿੱਚ ਹੋਏਗਾ। ਜੇ ਕੁਝ ਲਾਭ ਹੋਇਆ ਖਟਣਾ, ਭਾਵ ਜੇ ਲਾਭ ਕੁਝ ਹੋਇਆ ਉਹ ਵੀ ਹਉਮੈ ਵਿੱਚ ਹੈ, ਤੇ ਜੇ ਕੁਝ ਚਲਾ ਗਿਆ ਤਾਂ ਵੀ ਆਖੇਗਾ ਵੀ ਮੇਰੇ ਕੋਲੋਂ ਆਹ ਸਾਰਾ ਕੁਝ ਚਲਾ ਗਿਆ ਹੈ। ਹਾਂ ਵਿੱਚ ਸੱਚਿਆਰ ਕੂੜਿਆਰ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਕਿ ਵੇਖੋ ਦੁਨੀਆ ਦੇ ਵਿੱਚ ਜਿਹੜੇ ਸਚਿਆਰ ਲੋਕ ਨੇ, ਹੈਰਾਨਗੀ ਹੁੰਦੀ ਹੈ ਨਾ ਵੀ ਹਉਮੈ ਦੇ ਵਿੱਚ ਸੱਚਾ ਮਨੁੱਖ ਕਿਵੇਂ ਹੋ ਸਕਦਾ। ਉੜਿਆਰ ਬੰਦਾ ਤੇ ਹੋ ਸਕਦਾ, ਪਰ ਸਚਿਆਰ ਬੰਦਾ ਥੋੜੀ ਹੋ ਸਕਦਾ ਹਉਮੈ ਵਿੱਚ। ਗੁਰੂ ਨਾਨਕ ਸਾਹਿਬ ਕਹਿੰਦੇ ਹੋ ਸਕਦਾ, ਹਉਮੈ ਵਿੱਚ ਸਚਿਆਰਾ ਬੰਦਾ ਵੀ ਹੋ ਸਕਦਾ ਜੀ। ਸਚਿਆਰਾ ਬੰਦਾ ਸਚਿਆਰਾ ਕਿਵੇਂ ਹੋਏਗਾ ਕਿ ਉਹ ਸੱਚ ਨੂੰ ਇਕੱਠਾ ਕਰਕੇ ਵੀ ਦਵਾਈ ਪਾਉਂਦਾ। ਵੇਖੋ ਮੈਂ ਸੱਚ ਇਕੱਠਾ ਕਰ ਲਿਆ।
ਗੁਰੂ ਨਾਨਕ ਸਾਹਿਬ ਕਹਿੰਦੇ ਵੇਖੋ ਉਹ ਬੰਦਾ ਆਖਦਾ ਫਿਰਦਾ ਦੁਨੀਆ ਦੇ ਵਿੱਚੋਂ ਵੀ ਕੱਲਾ ਮੈਂ ਹੀ ਸੱਚਾ, ਦੂਜੇ ਦੇ ਝੂਠੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ ਸੱਚਾ ਬੰਦਾ ਵੀ ਹੈ ਤੇ ਕੁੜਿਆਰ ਭਾਵ ਝੂਠਾ ਬੰਦਾ ਵੀ ਹੈ। ਹਉ ਵਿੱਚ ਪਾਪ ਪੁੰਨ ਵਿਚਾਰ। ਕਹਿੰਦੇ ਵੇਖੋ ਹਉਮੈ ਦੇ ਵਿੱਚ ਹੀ ਆ ਪਾਪ ਤੇ ਪੁੰਨ ਦੀ ਵਿਚਾਰ ਹੈ। ਬੰਦਾ ਸੋਚਦਾ ਨਾ ਵੀ ਮੈਂ ਕੁਝ ਚੰਗਾ ਕੀਤਾ, ਮੈਂ ਕੁਝ ਚੰਗਾ ਕੀਤਾ ਤੇ ਮੈਂ ਪੁੰਨੀ ਹਾਂ। ਵਿਚਾਰਾਂ ਵਿੱਚ ਪਿਆ ਹੋਇਆ, ਜੇ ਮੈਂ ਕੁਝ ਮਾੜਾ ਕਰ ਦਿੰਦਾ ਤੇ ਮੈਂ ਪੁੰਨੀ ਨਹੀਂ ਹੋਵਾਂਗਾ, ਮੈਂ ਪਾਪੀ ਹੋ ਜਾਵਾਂਗਾ। ਇਸੇ ਤਰ੍ਹਾਂ ਸਾਰੀ ਜ਼ਿੰਦਗੀ ਹਉਮੈ ਵਿੱਚ ਹੀ ਟਪਾਈ ਜਾ ਰਿਹਾ ਹੈ। ਹਉ ਵਿੱਚ ਨਰਕ ਸੁਰਗ ਅਵਤਾਰ। ਸਤਿਗੁਰੂ ਜੀ ਆਖਦੇ ਨੇ ਹਉਮੈ ਦੇ ਵਿੱਚ ਹੀ ਨਰਕ ਤੇ ਸੁਰਗ ਇਹ ਬੰਦਾ ਭੋਗਦਾ ਹੈ। ਹਉਮੈ ਵਿੱਚ ਕੀ ਸੋਚਦਾ ਹੈ ਕਿ ਜੇ ਕੁਝ ਚੰਗਾ ਕੀਤਾ ਤੇ ਮੈਂ ਸਵਰਗ ਵਿੱਚ ਜਾਵਾਂਗਾ, ਜੇ ਕੁਝ ਮਾੜਾ ਕੀਤਾ ਤੇ ਮੈਂ ਨਰਕ ਵਿੱਚ ਜਾਵਾਂਗਾ। ਇਸੇ ਹੀ ਵਿਚਾਰ ਵਿੱਚ ਸਾਰੀ ਜ਼ਿੰਦਗੀ ਲਗਾ ਦਿੰਦਾ, ਪਰ ਚੰਗਾ ਫਿਰ ਵੀ ਕੁਝ ਨਹੀਂ ਕਰਦਾ। ਜਿਨੇ ਸਜਿਆਰਾ ਚੰਗਾ ਸੋਹਣਾ ਬਣਾਉਣਾ ਨਾ, ਦੇਵਤਾ ਬਣਾਉਣਾ। ਵੇਖੋ ਗੁਰੂ ਨਾਨਕ ਸਾਹਿਬ ਜੀ ਨਾ ਬਾਣੀ ਦੀ ਅਰੰਭਤਾ ਤੋਂ ਪਹਿਲਾਂ ਇਹ ਗੱਲ ਆਖੀ ਵੀ ਬੰਦਿਆ ਧਿਆਨ ਨਾਲ ਸੁਣੀ ਇਸ ਗੱਲ ਨੂੰ, ਬਲਿਹਾਰੀਪੁਰ ਆਪਣੇ ਜਿਉ ਹਾੜੀ ਸਤਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਮੈਂ ਉਹ ਦੇਵਤਾ ਬਣਨਾ, ਉਹ ਸਚਿਆਰਾ ਬਣਨਾ ਹੈ ਜਿਹੜਾ ਹਉਮੈ ਤੋਂ ਜੁਦਾ ਹੈ, ਹਉਮੈ ਤੋਂ ਅਲੱਗ ਹੈ, ਹੰਕਾਰ ਤੋਂ ਅਲੱਗ ਹੈ। ਉਹ ਐਸੀ ਹਸਤੀ ਬਣਾਉਣੀ ਹੈ ਜਿਹੜੀ ਕਬੀਰ ਸਾਹਿਬ ਦੀ ਹੈ ਤੇ ਬਾਬਾ ਬਾਣੀ ਵਿੱਚ ਆਖਦਾ ਨਾ, ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਮੈਨੂੰ ਪਤਾ ਹੈ ਕਿ ਜਿੰਨੀ ਦੇਰ ਤੱਕ ਹੂੰ ਭਾਵ ਮੈਂ ਹਉਮੈ ਅੰਦਰ ਮੇਰੇ ਹੈ ਨਾ, ਉਨੀ ਦੇਰ ਤੱਕ ਮੈਂ ਤੂੰ ਵੀ ਕਰਦਾ ਰਹਾ। ਬਾਣੀ ਦੇ ਗੁਟਕੇ ਸਾਹਿਬ ਸਾਰੇ ਪੜ੍ਹ ਲਵਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਪੜ੍ਹ ਲਵਾਂ, ਜੇ ਅੰਦਰ ਹੂੰ ਬੈਠੀ ਰਹੀ ਹੈ ਨਾ ਤੇ ਮੇਰਾ ਕੋਈ ਲਾਭ ਨਹੀਂ ਹੋਇਆ ਇਹ ਧਰਮ ਦੇ ਨਾਂ ਤੇ ਕਰਮ ਕਰਨ ਦਾ। ਤੇ ਕਬੀਰ ਬਾਬਾ ਬੜੇ ਪਿਆਰ ਨਾਲ ਸਾਨੂੰ ਸਮਝਾਉਂਦੇ ਨੇ। ਸਤਿਗੁਰੂ ਜੀ ਦੀ ਬਾਣੀ ਅੰਦਰ ਬਾਬਾ ਕਬੀਰ ਸਾਹਿਬ ਭਗਤਾਂ ਦੀ ਬਾਣੀ ਹੈ ਤੇ ਬਾਬੇ ਨੇ ਆਖਿਆ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਸੱਚ ਵਿੱਚ ਸਤਿਗੁਰੂ ਇਹ ਮੇਰੇ ਰੱਬ ਜੀ, ਮੇਰੇ ਪ੍ਰਮਾਤਮਾ ਜੀ, ਤੈਨੂੰ ਮੈਂ ਤੂੰ ਕਰਕੇ ਧਿਆਉਂਦਾ ਰਿਹਾ। ਤੂੰ ਜਦੋਂ ਮੈਂ ਕਰਦਾ ਰਿਹਾ ਨਾ, ਤੇਰਾ ਕਰਦਾ ਰਿਹਾ, ਸੱਚਮੁੱਚ ਮੇਰੇ ਅੰਦਰੋਂ ਤੇ ਮੈਂ ਹੂੰ ਜਿਹੜੀ ਹੈ ਉਹ ਖਤਮ ਹੀ ਹੋ ਗਈ। ਤੇ ਜਦੋਂ ਹੂੰ ਖਤਮ ਹੋਈ ਹੈ, ਮੈਂ ਖਤਮ ਹੋਈ ਹੈ, ਤਦੋਂ ਮੈਂ ਆਖਦਾ ਹਾਂ ਮਰੂੰ ਤਾਂ ਹਰ ਕੇ ਦੁਆਰ। ਰੱਬ ਤੇਰੇ ਦਰ ਤੇ ਮਰਨਾ ਇਸ ਕਰਕੇ ਤੇਰੇ ਦਰ ਤੇ ਮਰਨਾ ਹੈ ਵੀ ਦੁਨੀਆ ਦੇ ਲੋਕ ਇਹ ਨਾ ਕਹਿਣ ਵੀ ਕਬੀਰ ਵੇਖੋ ਦੂਜਿਆਂ ਦੇ ਦੁਆਰਿਆਂ ਤੇ ਮਰਦਾ ਰਿਹਾ। ਨਹੀਂ ਹੁਣ ਤੇ ਤੇਰਾ ਹੋ ਗਿਆ ਤੇ ਮੈਂ ਸਮਝਿਆ ਨਾ ਬਾਣੀ ਦੇ ਵਿੱਚੋਂ ਕਿ ਜਿੰਨੀ ਦੇਰ ਤੱਕ ਅੰਦਰ ਮੇਰੇ ਵੇਰ ਦੇ ਰਹਿਣਾ, ਉਨੀ ਦੇਰ ਤੱਕ ਉਹ ਮੇਰੇ ਅੰਦਰ ਨਹੀਂ ਹੈ। ਜਬ ਹਮ ਹੋਤੇ, ਜਬ ਹਮ ਹੋਤੇ, ਹਮ ਦਾ ਅਰਥ ਕੀ ਹੈ? ਹਉਮੈ। ਜਿੰਨੀ ਦੇਰ ਤੱਕ ਅੰਦਰ ਮੈਂ ਹੀ ਆ ਤਬ ਤੂੰ ਨਹੀਂ, ਉਦੋਂ ਤੂੰ ਨਹੀਂ। ਅਬ ਤੂੰ ਹੀ ਮੈਂ ਨਹੀਂ, ਹੁਣ ਤੂੰ ਹੈ ਮੈਂ ਨਹੀਂ ਹਾਂ। ਇਹੀ ਤੇ ਬਾਣੀ ਨੇ ਗੱਲ ਸਾਨੂੰ ਵਾਰ-ਵਾਰ ਸਮਝਾਈ ਹੈ ਨਾ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਈ। ਕਦੇ ਨਾਮ ਭਾਵ ਗਿਆਨ ਗੁਰੂ ਦਾ ਸਚਿਆਰੇ ਗੁਣ ਇੱਕੇ ਜਗ੍ਹਾ ਤੇ ਨਹੀਂ ਰਹਿ ਸਕਦੇ ਜਿੰਨੀ ਦੇਰ ਤੱਕ ਸਾਡੇ ਅੰਦਰ ਪਹਿਲਾਂ ਹਉਮੈ ਹੈ। ਆਓ ਸਤਿਗੁਰੂ ਜੀ ਕਹਿੰਦੇ ਨੇ ਵੀ ਵੇਖੋ ਬੰਦਾ ਨਰਕ ਤੇ ਸੁਰਗ ਦੀ ਵਿਚਾਰਾਂ ਕਰਦਾ ਹੋਇਆ ਵੀ ਸਾਰੀ ਜ਼ਿੰਦਗੀ ਹਉਮੈ ਵਿੱਚ ਹੀ ਟਪਾ ਦਿੰਦਾ ਹੈ। ਹਉ ਵਿੱਚ ਹੱਸੈ ਹਉ ਵਿੱਚ ਰੋਏ। ਮਹਾਰਾਜ ਕਹਿੰਦੇ ਨੇ ਬੰਦਾ ਹੱਸਦਾ ਵੀ ਤੇ ਰੋਂਦਾ ਵੀ ਹਉਮੈ ਵਿੱਚ ਆ, ਹਉਮੈ ਵਿੱਚ ਹੈ। ਹੱਸਦਾ ਵੀ ਹਉਮੈ ਵਿੱਚ ਹੈ ਤੇ ਰੋਂਦਾ ਵੀ ਹਉਮੈ ਵਿੱਚ ਹੈ। ਕੁਝ ਕੋਲੇ ਆ ਗਿਆ ਤੇ ਕਹਿੰਦਾ ਮੇਰੇ ਕੁਝ ਕੋਲ ਆ ਗਿਆ, ਖਿੜ ਖਿੜ ਹੱਸਦਾ, ਤੇ ਜਦੋਂ ਕੋਲੋਂ ਕੁਝ ਚਲਾ ਗਿਆ, ਗਵਾਚ ਗਿਆ, ਨਿਕਲ ਗਿਆ ਹੱਥੋਂ, ਉਦੋਂ ਕੀ ਕਹਿੰਦਾ ਹੈ? ਮੇਰਾ ਆਪ ਕੁਝ ਖਤਮ ਹੋ ਗਿਆ, ਰੋਂਦਾ ਹੈ।
ਤੇ ਉਹ ਭਾਵੇਂ ਸਤਿਆਰਾ ਹੋਵੇ ਤੇ ਭਾਵੇਂ ਕੁੜਿਆਰਾ ਹੋਵੇ, ਸੱਚ ਇਹ ਹੈ ਜੇ ਅੰਦਰ ਹਉਮੈ ਹੈ, ਜੇ ਹਉਮੈ ਵਿੱਚ ਹੱਸਣਾ ਹੈ, ਹਉਮੈ ਵਿੱਚ ਮੇਰਾ ਰੋਣਾ ਹੈ। ਹਉ ਵਿੱਚ ਭਰੀਐ ਹਉ ਵਿੱਚ ਧੋਵੈ। ਕਹਿੰਦੇ ਵੇਖੋ ਹਉਮੈ ਵਿੱਚ ਹੀ ਬੰਦੇ ਦੇ ਅੰਦਰ ਮੈਲ ਭਰੀ ਜਾਂਦੀ ਹੈ। ਅੰਦਰ ਹਉਮੈ ਵਿੱਚ ਕੋਈ ਚੰਗਾ ਕੰਮ ਕਰਦਾ ਨਾ, ਤੇ ਚੰਗਾ ਕੁਝ ਕਰਨ ਦੇ ਨਾਲ ਅੰਦਰ ਮੈਲ ਕਿਵੇਂ ਭਰੀ ਗਈ। ਚੰਗਾ ਕੁਝ ਕਰਕੇ ਜਨਾਉਂਦਾ ਹੈ, ਮੈਂ ਕੀਤਾ, ਮੈਂ ਕਰ ਸਕਦਾ, ਮੇਰੇ ਤੋਂ ਬਿਨਾ ਪੱਤਾ ਨਹੀਂ ਹਿਲ ਸਕਦਾ। ਜੋ ਮੈਂ ਕਰ ਚੱਲਿਆ ਨਾ ਉਹ ਦੂਜਾ ਨਹੀਂ ਕਰ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ, ਬੰਦਿਆ ਚੇਤਾ ਰੱਖ, ਆਪਣੇ ਅੰਦਰੋਂ ਹਉਮੈ ਨੂੰ ਕੱਢ ਕੇ ਕੰਮ ਕਰ ਤੇ ਵਧੀਆ ਤੋਂ ਵਧੀਆ ਕੰਮ ਕਰ। ਤੇਰੇ ਅੰਦਰ ਹਉਮੈ ਨਾ ਹੋਵੇ, ਕੰਮ ਤੇਰਾ ਬੜਾ ਵਧੀਆ ਹੋਵੇ। ਐਸੇ ਗੁਣ ਸੰਸਾਰ ਦੇ ਅੰਦਰ ਤੂੰ ਵੀ ਪੈਦਾ ਕਰ ਜਿਹੜੇ ਤੇਰੇ ਗੁਣਾਂ ਨੂੰ ਦੇਖ ਕੇ ਆਖਣ ਵੀ ਵਾਹ ਵਾਹ ਕਮਾਲ ਬੰਦਾ ਏ। ਤੇਰੇ ਅੰਦਰ ਵੀ ਐਸੀ ਜਿਹੜੀ ਹੈ ਉਹ ਅਵਸਥਾ, ਉੱਚੀ ਅਵਸਥਾ ਦੇ ਗੁਣ ਹੋਣ, ਪਰ ਹਉਮੈ ਕਰਕੇ ਨਾ ਹੋਵੇ। ਆਓ ਐਸੇ ਹਉਮੈ ਦੇ ਰੂਪ ਤੋਂ ਕਿਵੇਂ ਛੁੱਟਣਾ ਹੈ, ਸਤਿਗੁਰੂ ਜੀ ਸਾਨੂੰ ਅੱਗੇ ਜਾ ਕੇ ਸਮਝਾਉਣਗੇ ਜੀ। ਹਉ ਵਿੱਚ ਜਾਤੀ ਜਿਣਸੀ ਖੋਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ, ਕਹਿੰਦੇ ਵੇਖੋ ਜਾਤਾਂ ਦੇ ਨਾਮ ਤੇ ਵੀ ਬੰਦਾ ਆਪਣੀ ਹਉਮੈ ਚੱਕੀ ਫਿਰਦਾ ਹੈ। ਹਉ ਵਿੱਚ ਮੂਰਖ ਹਉ ਵਿੱਚ ਸਿਆਣਾ। ਬੰਦਾ ਹਉਮੈ ਵਿੱਚ ਮੂਰਖ ਹੈ ਤੇ ਹਉਮੈ ਵਿੱਚ ਹੀ ਸਿਆਣਾ ਹੈ। ਲੋਕ ਆਖਦੇ ਨੇ ਇਹ ਮੂਰਖ ਹੈ, ਲੋਕ ਆਖਦੇ ਨੇ ਇਹ ਸਿਆਣਾ ਹੈ। ਤੇ ਮੂਰਖ ਹੋਣ ਦੇ ਵਿੱਚ ਵੀ ਬੰਦੇ ਅੰਦਰ ਹਉਮੈ ਹੈ, ਤੇ ਸਿਆਣਾ ਹੋਣ ਦੇ ਵਿੱਚ ਵੀ ਬੰਦੇ ਦੇ ਅੰਦਰ ਹਉਮੈ ਹੈ। ਫਿਰ ਵੀ ਆਪਣੇ ਅੰਦਰੋਂ ਹਉਮੈ ਨੂੰ ਦੂਰ ਨਹੀਂ ਕਰਦਾ ਜੀ। ਮੋਖ ਮੁਕਤ ਕੀ ਸਾਰ ਨ ਜਾਣਾ। ਕਿਉਂਕਿ ਬੰਦੇ ਨੇ ਅਜੇ ਤੀਕ ਐਸੇ ਹਉਮੈ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਲੇ ਗੁਣ ਸਿੱਖੇ ਨੇ। ਮੋਖ ਮੁਕਤ ਕੀ ਸਾਰ ਨਾ ਜਾਣਾ। ਆਹ ਕੰਮ ਤਾਂ ਧਰਮ ਦੇ ਨਾਂ ਤੇ ਕਰਦਾ ਹੈ, ਪਰ ਹਉਮੈ ਅੰਦਰ, ਹਉਮੈ ਨੂੰ ਕਿਵੇਂ ਛੱਡਣਾ ਹੈ ਇਹ ਅਜੇ ਸਿੱਖਿਆ ਨਹੀਂ ਰਹੀ, ਨਹੀਂ ਧਾਰਨ ਕਰ ਲਿਆ। ਐਸੇ ਗੁਣ ਜਿਹੜੇ ਆ ਉਹਨਾਂ ਗੁਣਾਂ ਨੂੰ ਧਾਰਨ ਗੁਰੂ ਕੋਲ ਆ ਕੇ ਨਹੀਂ ਧਾਰਨ ਕਰਦਾ, ਨਹੀਂ ਗੁਰੂ ਕੋਲੋਂ ਸਿੱਖਦਾ ਕਿ ਮੇਰੇ ਅੰਦਰ ਜਿਹੜੀ ਹਉਮੈ ਹੈ ਉਹ ਕਿਵੇਂ ਦੂਰ ਹੋਵੇ। ਹਉ ਵਿੱਚ ਮਾਇਆ ਹਉ ਵਿੱਚ ਛਾਇਆ। ਵੇਖੋ ਬੰਦੇ ਨੂੰ ਮਾਇਆ ਤੇ ਮਾਇਆ ਦਾ ਪਰਛਾਵਾਂ, ਮਾਇਆ ਦਾ ਪ੍ਰਭਾਵ ਜਿਹੜਾ ਹੈ ਉਹ ਹਉਮੈ ਵਿੱਚ ਚੰਬੜਦਾ ਹੈ। ਬੰਦੇ ਕੋਲ ਮਾਇਆ ਆਈ ਤੇ ਮਾਇਆ ਦਾ ਪ੍ਰਭਾਵ ਵੀ ਬੰਦੇ ਦੇ ਉੱਤੇ ਪੈ ਗਿਆ। ਕਹਿੰਦੇ ਫਿਰ ਵੀ ਹਉ ਹਉ ਕਰਦਾ ਫਿਰਦਾ ਹੈ। ਹਉਮੈ ਕਰ ਕਰ ਜੰਤ ਉਪਾਇਆ। ਤੇ ਵਾਰ ਵਾਰ ਇਹ ਜੀਵ ਗਿੜਬਿੜ ਪੂਰੇ ਤਾਰ ਜਾਂ ਕਹਿ ਲਈਏ, ਜਾਂ ਇਹ ਬੰਦਾ ਵਾਰ ਵਾਰ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਵਾਰ ਵਾਰ ਜੰਮਦਾ ਹੈ ਤੇ ਵਾਰ ਵਾਰ ਮਰਦਾ ਹੈ, ਹਉਮੈ ਵਿੱਚ ਪਿਆ ਹੋਇਆ ਹੀ। ਹਉਮੈ ਬੁਝੈ ਤਾਂ ਦਰ ਸੂਝੈ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਹਉਮੈ ਦਾ ਆ ਰੋਗ ਜਿਹੜਾ ਲੱਗਾ ਹੋਇਆ, ਇਹਨੂੰ ਦੂਰ ਕਰਨ ਦਾ ਤਰੀਕਾ ਗੁਰੂ ਕੋਲੋਂ ਮਿਲਦਾ ਹੈ ਨਾ, ਗੁਰੂ ਕੋਲੋਂ ਸਿੱਖੀਦਾ ਹੈ। ਅੱਗੇ ਹਉਮੈ ਬੁਝੈ, ਹਉਮੈ ਨੂੰ ਜਦੋਂ ਸਮਝ ਲਿਆ ਤਾਂ ਦਰ, ਗੁਰੂ ਦਾ ਦਰ ਤਾਂ ਦਿਸਿਆ, ਗੁਰੂ ਕੋਲ ਬਹਿਣ ਦਾ ਸਵਾਦ ਤਾਂ ਆਇਆ। ਜਿਹੜੇ ਕੰਮ ਮੈਂ ਪਹਿਲਾਂ ਕਰਦਾ ਸੀ ਨਾ, ਹੁਣ ਉਹ ਕੰਮ ਕਰਨ ਵਿੱਚ ਸਵਾਦ ਆਉਂਦਾ, ਹੁਣ ਕੰਮ ਕਰਨ ਵਿੱਚ ਸਵਾਦ ਆਉਂਦਾ। ਹੁਣ ਮੈਂ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ। ਦੂਜਾ ਕੀ ਕਰਦਾ ਹੈ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਕੀ ਕਰ ਰਿਹਾ, ਕਿ ਜੋ ਕੁਝ ਮੈਂ ਕਰ ਰਿਹਾ ਉਹ ਮੇਰੇ ਗੁਰੂ ਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ। ਮੈਂ ਤਾਂ ਇਹ ਦੇਖਣਾ ਨਾ, ਪਰ ਅਜੇ ਮੈਂ ਇਹੀ ਦੇਖਦਾ ਹਾਂ ਵੀ ਮੈਂ ਸਵੇਰੇ ਤੜਕੇ 4 ਵਜੇ 3 ਵਜੇ 2 ਵਜੇ 2:30 ਵਜੇ 1:30 ਵਜੇ ਉੱਠਦਾ, ਦੂਜਾ ਨਹੀਂ ਉੱਠਦਾ। ਨਹੀਂ, ਗੁਰੂ ਮੇਰਾ ਮੇਰੇ 2:30 ਵਜਣ ਵਾਲੇ ਉੱਠਣ ਵਾਲੇ ਨੂੰ ਪਸੰਦ ਕਰਦਾ ਕਿ ਨਹੀਂ, ਕਿ ਮੈਂ 3 ਵਜੇ 4 ਵਜੇ ਉੱਠਿਆ ਤੇ ਗੁਰੂ ਮੇਰਾ ਖੁਸ਼ ਹੋ ਗਿਆ। ਗੁਰੂ ਖੁਸ਼ ਹੋ ਜਾਣਾ ਚਾਹੀਦਾ ਸੀ, ਕਿਉਂਕਿ ਸਿੱਖਾ ਜੇ ਗੁਰੂ ਦੇ ਦੁਆਰਾ ਚੱਲਿਆ ਹੁੰਦਾ। 4 ਵਜੇ ਉੱਠ ਕੇ ਤੇਰੇ ਅੰਦਰ ਹਉਮੈ ਨਾ ਹੁੰਦੀ
ਨਿਤਨੇਮ ਕਰਕੇ, ਸੋਦਰ ਪੜ੍ਹ ਕੇ, ਕਥਾ ਕਰਕੇ, ਕੀਰਤਨ ਕਰਕੇ, ਢਾਡੀ ਵਾਰਾਂ ਗਾ ਕੇ, ਗੁਰਬਾਣੀ ਦੇ ਅਖੰਡ ਪਾਠ ਕਰਵਾ ਕੇ ਤੇਰੇ ਅੰਦਰ ਹਉਮੈ ਨਾ ਹੁੰਦੀ ਤੇ ਗੁਰੂ ਖੁਸ਼ ਹੁੰਦਾ, ਗੁਰੂ ਤੈਨੂੰ ਪ੍ਰਵਾਨ ਕਰਦਾ। ਪਰ ਅਜੇ ਤਾਂ ਅੰਦਰ ਹਉਮੈ ਹੈ ਨਾ। ਕੱਲ ਵੀ ਅਰਜ਼ ਕੀਤੀ ਸੀ, ਗੁਰੂ ਰਾਮਦਾਸ ਸਾਹਿਬ ਮਹਾਰਾਜ ਆਖਦੇ ਨੇ ਵੀ ਗਾਉਂਦੇ ਤੇ ਗੁਰੂ ਤੈਨੂੰ ਸਾਰੇ ਆ, ਪਰ ਭੇਜਦੇ ਨਹੀਂ। ਕਿਉਂ ਨਹੀਂ ਭੇਜਦੇ? ਵੀ ਅੰਦਰ ਕੀ ਹੈ? ਹਉਮੈ ਹੈ। ਤੇ ਜਦੋਂ ਹਉਮੈ ਦਾ ਜਿਹੜਾ ਦੁੱਖ ਮੈਂ ਪਛਾਣ ਲਿਆ, ਜਦੋਂ ਮੈਨੂੰ ਪਤਾ ਲੱਗਿਆ ਵੀ ਹਉਮੈ ਦਾ ਦਾਰੂ ਕੀ ਹੈ, ਹਉਮੈ ਦੀ ਦਵਾਈ ਕੀ ਹੈ, ਉਦੋਂ ਮੈਂ ਸਮਝ ਜਾਵਾਂਗਾ ਤੇ ਸੱਚਮੁੱਚ ਉਦੋਂ ਗੁਰੂ ਦਾ ਦਰ ਜਿਹੜਾ ਮੈਨੂੰ ਲੱਭ ਜਾਏਗਾ। ਬਾਬੇ ਨੇ ਬੜਾ ਸੋਹਣਾ ਬਿਆਨ ਕੀਤਾ ਬਾਣੀ ਵਿੱਚ ਤੇ ਆਖਿਆ, ਮੈਂ ਕਿਹੜੇ ਬੋਲ ਆਪਣੇ ਮੂੰਹ ਵਿੱਚ ਬੋਲਾਂ, ਜਿਨ੍ਹਾਂ ਬੋਲਾਂ ਨੂੰ ਸੁਣ ਕੇ ਤੂੰ ਪਿਆਰ ਕਰਨ ਲੱਗ ਪਏ। ਮੈਂ ਕਿਹੜੀ ਚੀਜ਼ ਤੇਰੇ ਅੱਗੇ ਰੱਖਾਂ ਜਿਸ ਨਾਲ ਤੇਰਾ ਦਰ ਮੈਨੂੰ ਦਿਸ ਪਏ। ਮੂੰਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਤੂੰ ਮੈਨੂੰ ਪਿਆਰ ਕਰਨ ਲੱਗ ਪਏ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਮੈਂ ਗੁਰੂ ਕੋਲ ਆਇਆ ਤੇ ਬੋਲ ਮੇਰੇ ਸੁਧਰੇ ਕਿਉਂ ਨਹੀਂ? ਮੈਂ ਤੇ ਬਾਣੀ ਨੂੰ ਪੜ੍ਹਿਆ ਹੀ ਸੀ, ਬਾਣੀ ਨੂੰ ਪੜ੍ਹ ਰਿਹਾ ਹਾਂ, ਬਾਣੀ ਨੂੰ ਵਿਚਾਰ ਰਿਹਾ ਹਾਂ, ਬਾਣੀ ਨੂੰ ਸਮਝ ਰਿਹਾ ਹਾਂ, ਬਾਣੀ ਨੂੰ ਸੁਣ ਰਿਹਾ ਹਾਂ, ਸੁਣਾ ਰਿਹਾ ਹਾਂ, ਪਰ ਮੇਰੇ ਅੰਦਰ ਉਹ ਚੇਂਜ ਆਈ ਕਿਉਂ ਨਹੀਂ? ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਕਿਉਂਕਿ ਹਉਮੈ ਨਾਮੇ ਨਾਲ ਵਿਰੋਧ ਹੈ। ਸੁਣਿਆ ਪੜ੍ਹਿਆ ਤੇ ਜ਼ਰੂਰ ਹੈ, ਪਰ ਅੰਦਰ ਹਉਮੈ ਨੂੰ ਟਿਕਾਇਆ ਹੋਇਆ ਹੈ। ਗੁਰੂ ਗਰੀਬ ਨਵਾਜ ਜੀ ਨੇ ਸਾਨੂੰ ਇੱਥੇ ਅੱਜ ਸਮਝਾਇਆ, ਕਹਿੰਦੇ ਹਉਮੈ ਬੁਝੈ ਤਾਂ ਦਰ ਸੁਝੈ। ਗੁਰੂ ਦਾ ਦਰ ਤਾਂ ਸੱਚਮੁੱਚ ਦਿਸਦਾ ਹੈ ਜਦੋਂ ਅਸੀਂ ਹਉਮੈ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹਾਂ ਕਿ ਇਹ ਹਉਮੈ ਕੀ ਬਲਾ ਹੈ, ਇਹ ਕਿਵੇਂ ਦੂਰ ਹੋਵੇਗੀ। ਗਿਆਨ ਵਿਹੋੜਾ ਕਥ ਕਥ ਲੂਜੈ। ਨਹੀਂ ਜੇ ਬੰਦਾ ਨਿਰੀਆਂ ਗਿਆਨ ਦੀਆਂ ਗੱਲਾਂ ਮਾਰਦਾ ਰਹਿੰਦਾ ਹੈ ਤੇ ਆਪਣੇ ਅੰਦਰੋਂ ਹੀ ਅੰਦਰ ਉਹ ਲੁੱਝਦਾ ਰਹਿੰਦਾ ਹੈ, ਆਪਣਾ ਆਪ ਹੀ ਸਾੜਦਾ ਰਹਿੰਦਾ ਹੈ, ਆਪਣੇ ਆਪ ਨਾਲ ਹੀ ਬੰਦਾ ਲੜੀ ਜਾਂਦਾ ਹੈ। ਅੱਜ ਦੁਨੀਆ ਦੇ ਅੰਦਰ ਦਿਖਦੇ ਨੇ ਨਾ ਐਸੇ ਲੋਕ, ਬੜੇ ਦਿਸਦੇ ਨੇ ਜਿਨ੍ਹਾਂ ਕੋਲ ਗਿਆਨ ਤੇ ਹੈ, ਪਰ ਗਿਆਨ ਦੀਆਂ ਗੱਲਾਂ ਵੀ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ, ਪਰ ਅੰਦਰੋਂ ਅੰਦਰੀ ਸੜੇ ਵੀ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਐਸੀ ਅਵਸਥਾ ਮੇਰੀ ਨਾ ਹੋਵੇ। ਗੁਰੂ ਦਾ ਦਿੱਤਾ ਹੋਇਆ ਗਿਆਨ, ਗੁਰੂ ਦਾ ਜੇ ਗਿਆਨ ਹੈ ਨਾ ਕੋਲ, ਤੇ ਸੱਚਮੁੱਚ ਅੰਦਰ ਮੇਰੀ ਸ਼ਾਂਤੀ ਹੋਣੀ ਚਾਹੀਦੀ ਹੈ। ਅੰਦਰੋਂ ਸੱਚਮੁੱਚ ਮੈਂ ਨਿਰਲੇਪ ਹੋਵਾਂ। ਬੰਦਿਆਂ ਕੋਲ ਗਿਆਨ ਬੜਾ ਹੈ, ਕਿਸੇ ਕੋਲ ਗਿਆਨ ਦੀ ਘਾਟ ਨਹੀਂ, ਪਰ ਗੱਲ ਇਹ ਹੈ ਕਿ ਵਿਸਰ ਗਈ ਸਭ ਤਾਕਤ ਪਰਾਈ। ਜਬ ਤੇ ਸਾਧ ਸੰਗਤ ਮੋਹਿ ਪਾਈ। ਸੰਗਤ ਅਸੀਂ ਪਾਉਂਦੇ ਹਾਂ, ਪਰ ਉਹ ਸੰਗਤ ਨਹੀਂ ਪਾਈ ਅਜੇ ਤੱਕ ਜਿਹੜੀ ਗੁਰੂ ਆਖਦਾ ਹੈ। ਜਿਹੜੇ ਗੁਣ ਗੁਰੂ ਆਖਦਾ ਨਾ ਵੀ ਸੰਗਤ ਵਿੱਚ ਆ ਕੇ ਸਿੱਖ, ਤਾਂ ਤੂੰ ਸੰਗਤ ਪਾਈ ਹੈ। ਇੱਕ ਦੂਜੇ ਨਾਲ ਲੜਨ ਵਾਲੇ, ਕੁਰਸੀਆਂ ਦੀਆਂ ਮੱਲਾਂ ਮਾਰਨ ਵਾਲੇ ਬੰਦੇ ਆਪਸ ਵਿੱਚ ਲੜਦੇ ਨਹੀਂ, ਭਾਵੇਂ ਸਿੱਖ ਸਿੱਖੀ ਕਿਉਂ ਨਾ ਹੋਵੇ। ਧਾਰਮਿਕ ਅਦਾਰਿਆਂ ਦੇ ਅੰਦਰ ਬੰਦੇ ਲੜਦੇ ਨੇ, ਧਰਮ ਦੇ ਨਾਂ ਤੇ ਲੜਦੇ ਨੇ। ਰਾਜਨੀਤਿਕਾਂ ਦੀ ਆਪਾਂ ਗੱਲ ਛੱਡ ਦਈਏ, ਧਾਰਮਿਕ ਲਾਣਾ ਬਾਣਾ ਜਦੋਂ ਲੜਦਾ ਹੈ ਤੇ ਸਾਨੂੰ ਸਮਝਣਾ ਪਊਗਾ ਨਾ ਕਿ ਸੰਗਤ ਵਿੱਚ ਤੇ ਆਉਂਦੇ ਨੇ, ਪਰ ਸੰਗਤ ਵਾਲੇ ਗੁਣ ਨਹੀਂ ਆ। ਗੁਰੂ ਅਰਜਨ ਸਾਹਿਬ ਮਹਾਰਾਜ ਵਾਰ-ਵਾਰ ਸਮਝਾਉਂਦੇ ਨੇ, ਵਿਸਰ ਗਈ ਸਭ ਤਾਕਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਸੰਗਤ ਕੀਤੀ ਤੇ ਤਾਕਤ ਪਰਾਈ, ਪਰਾਈ ਈਰਖਾ ਖਤਮ ਹੋ ਗਈ, ਪਰ ਹੋਈ ਨਹੀਂ। ਉਹਨੂੰ ਦੂਰ ਕਰਨਾ ਸੀ। ਜਿਵੇਂ ਗੁਰੂ ਸਾਨੂੰ ਆਖਦਾ ਅਸੀਂ ਉਵੇਂ ਚੱਲਦੇ। ਅਬ ਅਗਲੀਆਂ ਪੰਕਤੀਆਂ ਨਾਲ ਜੁੜੀਏ ਜੀ। ਨਾਨਕ ਹੁਕਮੀ ਲਿਖੀਐ ਲੇਖ। ਇਹ ਨਾਨਕ, ਇਹ ਤਾਂ ਉਹਦੇ ਹੁਕਮ ਵਿੱਚ ਹੀ ਲਿਖਿਆ ਹੋਇਆ ਸਾਰਾ। ਕੁਦਰਤ ਉਹਨੇ ਬਣਾਈ ਹੈ, ਇਹ ਸ੍ਰਿਸ਼ਟੀ ਸਾਰੀ ਉਹਨੇ ਬਣਾਈ ਹੈ, ਜੀਵ ਇੱਥੇ ਉਹਨੇ ਬਣਾਏ ਨੇ, ਤੇ ਜੀਵਾਂ ਨੇ ਜਿਹੋ ਜਿਹਾ ਆਪਣਾ ਨੇਚਰ ਬਣਾ ਲਿਆ, ਉਹੋ ਜਿਹਾ ਸੁਭਾਅ ਹੋ ਗਿਆ। ਵੇਖੋ ਸੁਭਾਅ ਉਹ ਜਿਹਾ ਹੀ ਹੋਇਆ ਨਾ, ਜੋ ਜਿਵੇਂ ਮੈਂ ਜੋ ਦੇਖਿਆ, ਜੋ ਮੈਂ ਸਿੱਖਣਾ ਚਾਹਿਆ, ਉਹ ਸਿੱਖ ਕੇ ਮੈਂ ਉਦਾਂ ਦਾ ਬਣ ਗਿਆ। ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਨਾ ਕਿ ਜੋ ਪਾਵੇਂ ਭਾਂਡੇ ਵਿੱਚ ਵਸਤ ਸਾ ਨਿਕਲੈ। ਜੋ ਭਾਂਡੇ ਵਿੱਚ ਵਸਤੂ ਪਾਈ ਹੈ ਉਹੀ ਨਿਕਲਣੀ ਹੈ। ਜੇ ਮੈਂ ਦੁਨੀਆ ਨੂੰ ਵੇਖ ਕੇ ਵੀ ਯਾਰ ਇਸ ਬੰਦੇ ਦੀ ਬੜੀ ਵੱਡੀ ਪਾਵਰ ਹੈ ਤੇ ਮੈਂ ਵੀ ਆਪਣੀ ਅਲੱਗ ਬਣਾਵਾਂ, ਤੇ ਜਦੋਂ ਅਲੱਗ ਸਮਝਿਆ, ਆਪਣੀ ਅਲੱਗ ਹਸਤੀ ਹੋ ਗਈ, ਮੈਂ ਗੁਰੂ ਨਾਲੋਂ ਰੱਬ ਨਾਲੋਂ ਵੀ ਟੁੱਟ ਗਿਆ।
ਨਾਨਕ ਮੀ ਲਿਖੀਏ ਲੇਖ। ਆਓ ਉਹਦੇ ਹੁਕਮ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ। ਜਿਹਾ ਵੇਖੈ ਤਿਹਾ ਵੇਖ। ਬੰਦਾ ਜਿਹੋ ਜਿਹਾ ਦੇਖਦਾ ਹੈ ਉਹ ਜਿਹਾ ਹੀ ਉਹਦਾ ਜੀਵਨ ਬਣ ਜਾਂਦਾ ਹੈ। ਮਹਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ। ਦੇਖੋ ਜੀ, ਹਉਮੈ ਵਿੱਚ ਬੰਦਾ ਆਪਣੀ ਉਹ ਜੀ ਜਾਤ, ਆਪਣੀ ਕਰਮ ਜਿਹੜੀ ਹੈ ਉਹ ਬਣਾ ਲੈਂਦਾ ਹੈ, ਸੁਭਾਅ ਬਣਾ ਕੇ। ਜਦੋਂ ਉਦਾਂ ਦਾ ਬੰਦਾ ਜੋ ਜੋ ਦੇਖਦਾ ਹੈ ਨਾ, ਜਿਹਾ ਵੇਖੈ, ਜੋ ਜੋ ਵੇਖਦਾ ਹੈ ਉਵੇਂ ਦਾ ਉਹਦਾ ਜੀਵਨ ਬਣਦਾ, ਉਵੇਂ ਦੀ ਉਹਦੇ ਕਰਮ ਬਣਦੇ ਨੇ। ਕਰਮਾਂ ਦਾ ਆਧਾਰਿਤ ਫਿਰ ਉਹੋ ਜਿਹੀ ਉਹਦੀ ਜਾਤ ਬਣ ਜਾਂਦੀ ਹੈ ਤੇ ਲੋਕ ਉਸੇ ਹੀ ਹਿਸਾਬ ਨਾਲ ਉਹਨੂੰ ਬਣਾਉਂਦੇ ਨੇ। ਆਪ ਕਰਮਾਂ ਉੱਪਰ ਨਿਬੜਿਆ ਹੈ, ਕਿਉਂਕਿ ਕਰਮਾਂ ਦੇ ਉੱਪਰ ਨਿਬੜਦਾ ਹੈ। ਆਓ ਜਿਵੇਂ ਦੇ ਮੇਰੇ ਕਰਮ ਹੋਏ ਨੇ ਉਵੇਂ ਦੀ ਜਾਤ ਹੋ ਗਈ। ਲੋਕਾਂ ਨੇ ਵੀ ਉਵੇਂ ਸੱਦਿਆ, ਹਉਮੈ ਵਾਲੇ ਕਰਮ ਕੀਤੇ ਨੇ ਤੇ ਮੈਂ ਬੜਾ ਹਉ ਵਿੱਚ ਆਇਆ, ਹਉ ਵਿੱਚ ਗਿਆ। ਇਦਾਂ ਹੀ ਮੇਰਾ ਸਾਰਾ ਜੀਵਨ ਜਿਹੜਾ ਹੈ ਉਹ ਗੁਜ਼ਰਦਾ ਜਾ ਰਿਹਾ ਹੈ। ਹਉਮੈ ਹੀ ਬੰਧਨਾ ਫਿਰ ਜੋਨੀ ਪਾਏ। ਸਤਿਗੁਰੂ ਸਾਹਿਬ ਆਖਦੇ ਨੇ ਵੀ ਵੇਖੋ, ਹਉਮੈ ਦੀ ਇਹੀ ਤੇ ਬੰਧਨਾ ਹੈ। ਹਉਮੈ ਇਹੀ ਬੰਧਨਾ, ਆਈ ਹਉਮੈ ਦੇ ਬੰਧਨ ਨੇ ਕਿ ਬੰਦਾ ਹਉਮੈ ਵਿੱਚ ਬੱਝਾ ਹੋਇਆ ਦਾਨ ਪੁੰਨ ਕਰਦਾ ਹੈ, ਪਰ ਹਉਮੈ ਦੇ ਵਿੱਚ ਕਰਦਾ ਹੈ। ਹਉਮੈ ਨੂੰ ਛੱਡ ਕੇ ਕਰਨਾ ਸੀ। ਬੰਧਨ ਇਹੀ ਹੈ ਨਾ ਹਉਮੈ ਦੇ ਵੀ ਚੰਗੇ ਕਰਮ ਤੇ ਕਰਦਾ ਹੈ ਪਰ ਹਉਮੈ ਵਿੱਚ ਕਰਦਾ ਹੈ। ਹਉਮੈ ਇਹੀ ਬੰਧਨਾ, ਤੇ ਜਦੋਂ ਹਉਮੈ ਵਿੱਚ ਕਰਦਾ ਹੈ ਫਿਰ ਜੁਨੀ ਪਾਹੇ। ਕਦੀ ਜੰਮਦਾ ਹੈ ਤੇ ਕਦੀ ਮਰਦਾ ਹੈ, ਕਦੀ ਜੰਮਦਾ ਹੈ ਕਦੀ ਮਰਦਾ ਹੈ। ਕਹਿੰਦੇ ਇਸੇ ਹੀ ਗੇੜ ਵਿੱਚ ਉਹ ਪਿਆ ਰਹਿੰਦਾ ਹੈ। ਹਉਮੈ ਇਹਾ ਹੁਕਮ ਹੈ ਭੈ ਕਿਤ ਫਿਰਾਹੇ। ਸਤਿਗੁਰੂ ਜੀ ਕਹਿੰਦੇ ਨੇ ਵੇਖੋ, ਹਉਮੈ ਦੇ ਵਿੱਚ ਪਿਆ ਹੋਇਆ ਬੰਦਾ ਨਾ ਐਸਾ ਜੀਵਨ ਬਣਾ ਬੈਠਾ ਹੈ, ਉਹੀ ਵਾਰ-ਵਾਰ ਕਿਰਤ ਕਰੀ ਜਾ ਰਿਹਾ, ਉਹੀ ਵਾਰ-ਵਾਰ ਮੋੜ-ਮੋੜ ਕੰਮ ਉਹੀ ਕਰ ਰਿਹਾ ਹੈ। ਚੰਗੇ ਕੰਮ ਕਰਦਾ ਹੈ ਪਰ ਹਉਮੈ ਵਿੱਚ ਕਰਦਾ ਹੈ। ਸਾਰਾ ਸ਼ਲੋਕ ਸਤਿਗੁਰੂ ਜੀ ਨੇ ਇਸੇ ਹੀ ਆਧਾਰਿਤ, ਇਸੇ ਹੀ ਸਿੱਖਿਆ ਦੇ ਸਹਿਤ ਸਾਨੂੰ ਸਮਝਾਉਣਾ ਕੀਤਾ ਵੀ ਬੰਦਿਆ, ਹਉਮੈ ਨੂੰ ਛੱਡ ਕੇ ਤੂੰ ਕਰੇਗਾ ਗੁਰੂ ਨੂੰ ਪ੍ਰਵਾਨ ਹੋ ਜਾਏਗਾ। ਜੇ ਹਉਮੈ ਵਿੱਚ ਕਰੇਗਾ ਤੇ ਆ ਚੇਤਾ ਰੱਖੀ ਪੈ ਕਿਰਤ ਫਰਾਹੀ। ਉਹ ਕਿਰਤ ਤੇਰੀ ਵਾਰ-ਵਾਰ ਤੂੰ ਕੰਮ ਤੇ ਕਰੀ ਜਾਏਗਾ ਪਰ ਤੇਰੇ ਹਉਮੈ ਵਾਲੇ ਹੀ ਕਰਮ ਹੋਣਗੇ। ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ। ਸਤਿਗੁਰੂ ਜੀ ਕਹਿੰਦੇ ਫਿਰ ਡਰਨ ਦੀ ਵੀ ਲੋੜ ਨਹੀਂ। ਗੁਰੂ ਅੰਗਦ ਸਾਹਿਬ ਮਹਾਰਾਜ ਆਖਦੇ ਨੇ, ਆ ਸੋ ਗੁਰੂ ਅੰਗਦ ਸਾਹਿਬ ਦਾ ਕਹਿੰਦੇ ਡਰਨ ਦੀ ਲੋੜ ਨਹੀਂ। ਆ ਹਉਮੈ ਨੂੰ ਤੂੰ ਡਰਨਾ, ਇਹ ਨਾ ਸਮਝ ਬੈਠੀ ਵੀ ਹਉਮੈ ਦਾ ਇਲਾਜ ਨਹੀਂ ਹੈ। ਨਹੀਂ, ਹਉਮੈ ਦਾ ਇਲਾਜ ਹੈ। ਸਤਿਗੁਰੂ ਜੀ ਕਹਿੰਦੇ ਹਉਮੈ ਦਾ ਇਲਾਜ ਕੀ ਹੈ? ਉਹ ਇਲਾਜ ਗੁਰੂ ਦੇ ਕੋਲ ਹੈ, ਉਹ ਗੁਰੂ ਕੋਲ ਦਾਰੂ ਹੈ। ਤੇ ਜਦੋਂ ਪਿਆਰ ਵਾਲੇ ਗੁਰਸਿੱਖੋ ਅਸੀਂ ਹਉਮੈ ਵਿੱਚ ਕਰਦੇ ਗਏ ਸਾਰਾ ਕੁਝ, ਤੇ ਬਾਬੇ ਦੀ ਪਹਿਲੀ ਪੰਕਤੀ ਆਪਾਂ ਸੁਣੀ ਵੀ ਹਉਮੈ ਹੀ ਬੰਧਨਾ ਫਿਰ ਜੂਨੀ ਪਾਹੀ। ਕਰਮ ਜੇ ਕੀਤੇ ਨੇ ਪਰ ਜੂਨਾਂ ਵਿੱਚ ਪੈ ਕੇ ਕੀਤੇ ਨੇ, ਵਾਰ-ਵਾਰ ਪਏ ਹਾਂ, ਕਰਮ ਕਰਦੇ ਗਏ ਪਰ ਵਾਰ ਆਪਣੇ ਅੰਦਰੋਂ ਈਰਖਾ ਨਹੀਂ ਛੱਡੀ। ਮੈਂ ਧਰਮ ਅਸਥਾਨਾਂ ਵਿੱਚ ਆ ਕੇ ਵੀ ਈਰਖਾ ਨਹੀਂ ਛੱਡੀ। ਉਸ ਈਗੋ ਨੂੰ, ਉਸ ਈਰਖਾ ਨੂੰ ਛੱਡਣਾ ਸੀ ਤੇ ਗੁਰੂ ਦੇ ਦਰ ਤੇ ਆ ਕੇ ਮੈਨੂੰ ਸੋਝੀ ਮਿਲਣੀ ਸੀ। ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵੀ ਹੁਣਾ ਕਥ ਬੂਝੈ। ਗਿਆਨ ਦੀਆਂ ਗੱਲਾਂ ਕਰਦਾ ਹੋਇਆ ਉਹ ਗਿਆਨ ਮੇਰੇ ਅੰਦਰ ਵੀ ਚਲਾ ਜਾਂਦਾ। ਮੂੰਹ ਤੋਂ ਤਾਂ ਮੈਂ ਗਿਆਨ ਦੀਆਂ ਗੱਲਾਂ ਕਰਦਾ ਹਾਂ ਪਰ ਉਹ ਅੰਦਰ ਗਿਆਨ ਮੇਰੇ ਅੰਦਰ ਵੀ ਹੁੰਦਾ ਤੇ ਹਉਮੈ ਕਦੇ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਥੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇਹਦੇ ਹਉਮੈ ਦਾ ਰੋਗ ਵੱਡਾ ਬੜਾ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ। ਪਰ ਕਿਰਪਾ ਕਰੇ ਜੇ ਆਪਣੀ, ਗੁਰੂ ਦੀ ਕਿਰਪਾ ਜੇ ਹੋ ਗਈ। ਮੈਂ ਗੁਰੂ ਦੇ ਦੁਆਰਾ ਜਦੋਂ ਚੱਲਣ ਲੱਗ ਪਿਆ, ਗੁਰੂ ਜੋ ਤੂੰ ਆਖਿਆ ਹੈ ਮੈਂ ਉਹਨੂੰ ਸੱਚ ਕਰਕੇ ਮੰਨ ਲਿਆ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੀ। ਗੁਰੂ ਤੂੰ ਮੇਰੇ ਤੇ ਕਿਰਪਾ ਕਰ, ਮੈਂ ਤੇਰੇ ਸ਼ਬਦ ਦੀ ਕਮਾਈ ਕਰਾਂ। ਭਾਵ ਜਿਹੜਾ ਸ਼ਬਦ ਮੈਂ ਪੜ੍ਹਿਆ ਹੈ, ਜਿਹੜਾ ਸ਼ਬਦ ਮੈਂ ਸਮਝਿਆ ਹੈ, ਉਸ ਸ਼ਬਦ ਨੂੰ ਮੈਂ ਆਪਣੇ ਜੀਵਨ ਵਿੱਚ ਧਾਰਨ ਕਰ ਲਵਾਂ। ਉਹ ਸ਼ਬਦ ਮੇਰਾ ਜੀਵਨ ਦਾ ਅੰਗ ਬਣ ਜਾਏ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਆਓ ਅੱਗੇ ਆਪਾਂ ਸਰਵਣ ਕਰੀਏ ਜੀ।
ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ। ਮਹਾਰਾਜ ਆਖਦੇ ਨੇ, ਇਹ ਸੰਸਾਰ ਦੇ ਲੋਗੋ ਗੱਲ ਨੂੰ ਧਿਆਨ ਨਾਲ ਸੁਣੋ। ਨਾਨਕ ਕਹੇ ਸੁਣੋ ਜਨੋ, ਸੁਣੋ ਧਿਆਨ ਨਾਲ ਕਿ ਇਤ ਸੰਜਮ ਦੁਖ ਜਾਏ। ਗੁਰੂ ਦੀ ਦਸੀ ਹੋਈ ਆ ਸੰਜਮ ਦਾ ਅਰਥ ਕੀ ਹੈ? ਮਰਿਆਦਾ। ਗੁਰੂ ਦੀ ਮਰਿਆਦਾ ਵਿੱਚ ਚੱਲਿਆ ਨਾ, ਗੁਰੂ ਦੇ ਮੈਂ ਭੈ ਭਾਵਨੀ ਵਿੱਚ ਜਦੋਂ ਚੱਲਿਆ ਨਾ, ਗੁਰੂ ਦੀ ਦਸੀ ਹੋਈ ਰਹਿਤ ਮਰਿਆਦਾ ਦੇ ਰਾਹੀਂ ਚੱਲਿਆ ਨਾ, ਇਤ ਸੰਜਮ ਦੁਖ ਜਾਏ। ਆਹ ਤਰੀਕੇ ਨਾਲ ਹਉਮੈ ਦਾ ਦੁੱਖ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਪੌੜੀ ਸੇਵ ਕੀਤੀ ਸੰਤੋਖਈ ਜਿਨੀ ਸੱਚੋਂ ਸੱਚ ਧਿਆਇਆ। ਗੁਰੂ ਗਰੀਬ ਨਿਵਾਜ ਜੀ ਨੇ ਸਾਨੂੰ ਸਮਝਾ ਦਿੱਤਾ ਜੀ। ਕਹਿੰਦੇ ਪਹਿਲਾਂ ਸੇਵਾ ਹੁੰਦੀ ਸੀ, ਹਉਮੈ ਵਿੱਚ ਹੁੰਦੀ ਸੀ, ਤੇ ਜਦੋਂ ਹਉਮੈ ਵਿੱਚ ਹੋਈ ਸੇਵਾ ਹੈ ਉਹ ਗੁਰੂ ਨੂੰ ਪ੍ਰਵਾਨ ਨਹੀਂ ਹੋਈ, ਕਿਉਂਕਿ ਉਹ ਸੇਵਾ ਮੇਰੀ ਸਵਾਰਥ ਦੇ ਵਿੱਚ ਹੋਈ ਸੀ। ਕੁਝ ਸੇਵਾ ਕੀਤੀ ਹੈ ਪਰ ਸਵਾਰਥ ਕਰਕੇ ਕੀਤੀ ਹੈ। ਮਹਾਰਾਜ ਇੰਨੇ ਦਿਨ ਮੈਂ ਸੰਗਤ ਦੇ ਜੋੜੇ ਝਾੜਾਂਗਾ ਪਰ ਮੇਰਾ ਆ ਸਵਾਰਥ ਪੂਰਾ ਹੋਣਾ ਚਾਹੀਦਾ। ਜੋੜੇ ਝਾੜਦੇ ਸੀ ਪਰ ਸਵਾਰਥ ਕੋਈ ਨਾ ਹੁੰਦਾ। ਸਤਿਗੁਰੂ ਜੀ ਆਖਦੇ, ਕਹਿੰਦੇ ਵੀ ਦੇਖ ਬੰਦਿਆ, ਤੂੰ ਗੁਰੂ ਨੂੰ ਵੀ ਆਪਣੇ ਸਵਾਰਥ ਵਾਸਤੇ ਵਰਤਿਆ। ਅੱਜ ਅਸੀਂ ਸਾਰੇ ਗੁਰੂ ਨੂੰ ਕਿਉਂ ਵਰਤਦੇ ਨਹੀਂ? ਗੁਰੂ ਨੂੰ ਕਿਉਂ ਵਰਤਦੇ ਆ? ਆਪਣੇ ਸਵਾਰਥ ਵਾਸਤੇ ਵਰਤਦੇ। ਗੁਰੂ ਦਾ ਪਾਠ ਜ਼ਿਆਦਾਤਰ ਲੋਕ ਉਹ ਕਰਦੇ ਤੇ ਕਰਵਾਉਂਦੇ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਅੱਗੇ ਸਵਾਰਥ ਹੈ ਵੀ ਸਾਡਾ ਆਹ ਕੇਸ ਜਿਹੜਾ ਉਹ ਨਿਪਟ ਜਾਏ, ਅਸੀਂ ਤਾਂ ਪਾਠ ਕਰਵਾਉਂਦੇ ਆ। ਸਾਡੇ ਘਰ ਆਹ ਕੁਝ ਆ ਜਾਏ, ਅਸੀਂ ਤਾਂ ਪਾਠ। ਸਵਾਰਥ ਪਹਿਲਾਂ। ਤੇ ਮੈਂ ਬਾਬੇ ਦੀ ਬਾਣੀ ਪੜ੍ਹਦੀ ਸੀ ਪਰ ਸਵਾਰਥ ਕਰਕੇ ਥੋੜੀ ਪੜ੍ਹਦੀ ਸੀ। ਬਾਬੇ ਦੀ ਬਾਣੀ ਸੁਣਨੀ ਸੀ, ਮੇਰਾ ਕੋਈ ਸਵਾਰਥ ਨਾ ਹੁੰਦਾ। ਤੇ ਸਤਿਗੁਰੂ ਜੀ ਨੇ ਆਖਿਆ, ਜਦੋਂ ਸਵਾਰਥ ਨਹੀਂ ਨਾ ਹੁੰਦਾ ਸੱਚਮੁੱਚ ਉਦੋਂ ਬੰਦੇ ਦੇ ਅੰਦਰ ਸੰਤੋਖ ਹੁੰਦਾ ਹੈ। ਸੰਤੋਖ ਹੁੰਦਾ ਜੀ। ਮਹਾਰਾਜ ਕਹਿੰਦੇ ਫਿਰ ਸੇਵ ਕੀਤੀ ਸੰਤੋਖੀ। ਬੰਦੇ ਨੇ ਫਿਰ ਸੰਤੋਖੀ ਬੰਦਾ ਹੋ ਕੇ ਨਾ ਆਪਣੇ ਸਵਾਰਥਾਂ ਨੂੰ ਛੱਡ ਕੇ ਫਿਰ ਗੁਰੂ ਦੀ ਸੇਵਾ ਕੀਤੀ। ਜਦੋਂ ਇਸ ਤਰੀਕੇ ਨਾਲ ਗੁਰੂ ਦੀ ਸੇਵਾ ਕੀਤੀ ਹੈ ਇਹ ਸੱਚਮੁੱਚ ਸੇਵਾ ਕੀਤੀ ਸਫਲ ਹੈ। ਸਤਿਗੁਰੂ ਜੀ ਨੇ ਆਖਿਆ ਤਾਂ ਮੇਰੀ ਕੀਤੀ ਹੋਈ ਸੇਵਾ ਸਫਲੀ ਹੋ ਗਈ। ਸੇਵਾ ਬੰਦੇ ਕਰਦੇ ਨੇ, ਸੇਵਾ ਕਰਨ ਵਾਲਿਆਂ ਦੀ ਘਾਟ ਨਹੀਂ, ਸੇਵਾ ਕਰਵਾਉਣ ਵਾਲਿਆਂ ਦੀ ਘਾਟ ਨਹੀਂ, ਪਰ ਸੇਵਾ ਪ੍ਰਵਾਨ ਕਰਨ ਵਾਲਾ ਜਿਹੜਾ ਹੈ ਨਾ ਉਹ ਦੇਖਦਾ ਵੀ ਮੇਰੀ ਜਿਹੜੀ ਸੇਵਾ ਕੀਤੀ ਹੋਈ ਹੈ, ਜਿਹੜੀ ਸੇਵਾ ਮੈਂ ਕਰ ਕਰਵਾ ਰਿਹਾ ਹਾਂ, ਜਿਹੜਾ ਪਾਠ ਮੈਂ ਕਰ ਕਰਵਾ ਰਿਹਾ ਹਾਂ, ਉਹ ਕਿਸ ਢੰਗ ਦੇ ਨਾਲ, ਉਹਦਾ ਮਨੋਰਥ ਕੀ ਹੈ। ਸੰਤੋਖੀ ਹੋ ਕੇ ਕਰਨਾ ਸੀ ਸਾਰਾ ਕੁਝ। ਸੇਵ ਕੀਤੀ ਸੰਤੋਖੀ। ਤੇ ਸੰਤੋਖੀ ਉਹ ਹੁੰਦੇ ਨੇ ਜੀ ਜਿੰਨੀ ਸੱਚੋ ਸੱਚ ਧਿਆਇਆ, ਜਿਹੜੇ ਸੱਚਮੁੱਚ ਇੱਕ ਸੱਚ ਨੂੰ ਧਿਆਉਂਦੇ ਨੇ। ਤੇ ਇੱਕ ਸੱਚ ਤੋਂ ਬਿਨਾ, ਜਦੋਂ ਇੱਕ ਸੱਚ ਤੋਂ ਬਿਨਾ ਦੂਜੇ ਨੂੰ ਧਿਆਉਂਦੇ ਨੇ ਫਿਰ ਉਹ ਸੰਤੋਖੀ ਨਹੀਂ ਹੁੰਦੇ। ਸੰਤੋਖੀ ਬੰਦਾ ਜਦੋਂ ਸੱਚ ਨੂੰ ਧਿਆਉਂਦਾ ਉਹਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਕਿ ਮੈਨੂੰ ਹੁਣ ਬੋਲ ਕੇ ਦੱਸਣ ਦੀ ਲੋੜ ਨਹੀਂ। ਮੈਨੂੰ ਕੀ ਚਾਹੀਦਾ, ਮੈਨੂੰ ਬੋਲ ਕੇ ਦੱਸਣ ਦੀ ਥੋੜੀ ਲੋੜ ਹੈ। ਵਿਣ ਬੋਲਿਆ ਸਭ ਕੁਝ ਜਾਣਦਾ, ਉਹ ਤਾਂ ਮੇਰੇ ਬੋਲਣ ਤੋਂ ਬਿਨਾਂ ਹੀ ਸਾਰਾ ਕੁਝ ਜਾਣਦਾ ਏ। ਕਿਸੇ ਆਖੇ ਕੀਚੇ ਅਰਦਾਸ, ਮੈਂ ਕਿਹਦੇ ਅੱਗੇ ਅਰਦਾਸ ਕਰਾਂ ਦਾਤਾ, ਜਦੋਂ ਮੈਂ ਇਸ ਸੰਸਾਰ ਅੰਦਰ ਪੈਦਾ ਵੀ ਨਹੀਂ ਸੀ ਨਾ ਹੋਇਆ, ਜਦੋਂ ਮੈਂ ਕੇਵਲ ਆਪਣੀ ਮਾਂ ਦੇ ਗਰਭ ਦੇ ਵਿੱਚ ਸੀ, ਉਦੋਂ ਵੀ ਤੂੰ ਮੇਰੀ ਪ੍ਰਤ ਪਾਲਣਾ ਕਰ ਰਿਹਾ ਸੀਗਾ। ਉਦੋਂ ਮੈਂ ਤੈਨੂੰ ਬੋਲ ਕੇ ਥੋੜੀ ਦੱਸਿਆ ਸੀ, ਤੂੰ ਤਾਂ ਉਦੋਂ ਵੀ ਮੇਰੀ ਪ੍ਰਤ ਪਾਲਣਾ ਕਰਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ, ਮਾਗ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ। ਉੱਥੇ ਵੀ ਮੇਰੀ ਸਹਾਇਤਾ ਕਰ ਰਿਹਾ ਸੀ, ਉੱਥੇ ਵੀ ਤੂੰ ਮੈਨੂੰ ਰੱਖਿਆ। ਤੇ ਮੈਂ ਹੁਣ ਬੋਲ ਕੇ ਲੰਮੀਆਂ ਚੌੜੀਆਂ ਅਰਦਾਸਾਂ ਕਰਵਾ ਕੇ ਕਿਉਂ ਆਖਾਂ ਵੀ ਮੈਨੂੰ ਆ ਚਾਹੀਦਾ। ਮੇਰੇ ਬੋਲਣ ਤੋਂ ਬਿਨਾਂ ਹੀ ਤੂੰ ਜਾਣਦਾ ਹੈ, ਕਿਉਂਕਿ ਮੈਂ ਜਿੰਨੀ ਸੱਚੋ ਸੱਚ ਧਿਆਇਆ, ਮੈਂ ਸੱਚ ਨੂੰ ਧਿਆਇਆ ਹੈ। ਤੇ ਮੈਨੂੰ ਇਸ ਗੱਲ ਦਾ ਪਤਾ ਹੈ
ਵੀ हे ਦਾਤਾ ਤੂੰ ਦਾਤਾ ਦੇਵਨਹਾਰਾ ਹੈ। ਮੈਂ ਇਸ ਗੱਲ ਨੂੰ ਪੜ੍ਹ ਲਿਆ ਹੈ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਟੁੱਟ ਨਾ ਆਵੇ ਅਗਣਤ ਭਰੇ ਭੰਡਾਰ। ਮੈਨੂੰ ਦੱਸਣ ਦੀ ਲੋੜ ਨਹੀਂ, ਮੇਰੇ ਬੋਲਣ ਤੋਂ ਬਿਨਾਂ ਤੂੰ ਸਾਰਾ ਕੁਝ ਜਾਣਦਾ ਹੈ। ਆਓ ਅਗਲੀ ਪੰਕਤੀ ਸ਼ਰਵਣ ਕਰੀਏ ਜੀ। ਉਨੀ ਮੰਦੇ ਪੈਰ ਨ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਸਤਿਗੁਰੂ ਜੀ ਆਖਦੇ ਨੇ ਕਿ ਜਿਹੜੇ ਸੱਚ ਨੂੰ ਧਿਆਉਂਦੇ ਨੇ, ਸੰਤੋਖੀ ਬਣ ਜਾਂਦੇ ਨੇ, ਫਿਰ ਉਹ ਮਾੜੇ ਪਾਸੇ ਪੈਰ ਕਦੇ ਨਹੀਂ ਧਰਦੇ। ਉਹਨਾਂ ਨੇ ਮੰਦੇ ਪੈਰ ਨਾ ਰੱਖੇ, ਕਦੇ ਮੰਦੇ ਪਾਸੇ ਪੈਰ ਨਹੀਂ ਰੱਖਿਆ, ਤਾਂ ਉਹਨਾਂ ਨੇ ਸੱਚ ਤੇ ਆਇਆ। ਤੇ ਜਦੋਂ ਮੰਦੇ ਪੈਰ ਨਹੀਂ ਨਾ ਰੱਖਿਆ, ਉਹਨਾਂ ਦਾ ਧਰਮ ਸੱਚ ਵਾਲਾ ਬਣ ਗਿਆ। ਕਰ ਸੋ ਕ੍ਰਿਤ, ਚੰਗੀ ਕਿਰਤ ਕੀਤੀ ਹੈ, ਉਹਨਾਂ ਦੇ ਕੰਮ ਚੰਗੇ ਹੋ ਗਏ ਨੇ ਤੇ ਲੋਕਾਂ ਵੀ ਚੰਗਾ ਆਖਿਆ। ਬਾਬੇ ਨੇ ਵੀ ਚੰਗਾ ਕਰਨ ਲਈ ਆਖਿਆ ਸੀ, ਉਹਨਾਂ ਚੰਗਾ ਕੀਤਾ ਤੇ ਚੰਗੇ ਬਣ ਗਏ ਨੇ। ਕਰ ਸੋ ਕ੍ਰਿਤ ਧਰਮ ਕਮਾਇਆ, ਚੰਗੇ ਕਰਮ ਕਰਦਿਆਂ ਹੋਇਆਂ ਉਹਨਾਂ ਸੱਚ ਕਮਾਇਆ। ਧਰਮ ਦਾ ਅਰਥ ਕੀ ਹੈ? ਉਹਨਾਂ ਸੱਚ ਕਮਾਇਆ ਹੈ। ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਚੜੇ ਸਵਾਇਆ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਵੀ हे ਮੇਰੇ ਮਾਲਕ ਜੀ, ਸਮੁੱਚੀ ਸ੍ਰਿਸ਼ਟੀ ਨੂੰ ਦਾਤਾ ਦੇਣ ਵਾਲੇ ਦਾਤਾ ਜੀ, ਸਮੁੱਚੀ ਸ੍ਰਿਸ਼ਟੀ ਦੇ ਪਾਲਣਹਾਰ ਸਤਿਗੁਰੂ ਜੀ, ਤੂੰ ਸਾਰਿਆਂ ਨੂੰ ਬਖਸ਼ਣ ਵਾਲਾ ਹੈ। ਤੂੰ ਬਖਸ਼ੀਸੀ ਅਗਲਾ ਨਿਤ ਦੇਵਹਿ ਚੜੇ ਸਵਾਇਆ। ਮੈਂ ਤੇ ਹਰ ਸਮੇਂ ਤੇਰੇ ਅੱਗੇ हे ਮੇਰੇ ਅਕਾਲ ਪੁਰਖ ਵਾਹਿਗੁਰੂ ਇਹ ਜੋਦੜੀ ਕਰਦਾ ਹਾਂ ਕਿ ਮੈਂ ਸਦਾ ਤੇਰੇ ਨਾਲ ਜੁੜਿਆ ਰਹਾ। ਮੈਂ ਤੇਰੇ ਨਾਲ ਜੁੜਿਆ ਹੋਇਆ ਆਪਣੇ ਅੰਦਰੋਂ ਹਉਮੈ ਨੂੰ, ਹੰਕਾਰ ਨੂੰ ਕੱਢ ਕੇ ਸਦਾ ਤੇਰੀ ਸੇਵਾ ਵਿੱਚ ਲੱਗਾ ਰਹਾ। ਵਡਿਆਈ ਵੱਡਾ ਪਾਇਆ। ਤੇ ਬਸ ਫਿਰ ਇਸੇ ਤਰ੍ਹਾਂ ਹੀ ਵੱਡੀਆਂ ਵਡਿਆਈਆਂ ਦੇ ਮਾਲਕ ਨੂੰ ਪਾਇਆ ਜਾਂਦਾ ਹੈ। ਆਹ ਤਰੀਕਾ ਹੈ ਜਗ ਜੀਵਨ ਦਾ, ਤਾਂ ਪਾਇਆ ਤੇ ਵਡਿਆਈ ਵੱਡਾ ਪਾਇਆ। ਵਡਿਆਈਆਂ ਦਾ ਮਾਲਕ ਜੋ ਗੁਰੂ ਗ੍ਰੰਥ ਸਾਹਿਬ ਹੈ, ਜੇ ਪਾਉਣਾ ਹੈ ਨਾ ਤੇ ਸਾਨੂੰ ਆਪਣੀ ਆਦਤ ਜਿਹੜੀ ਹੈ ਨਾ ਉਹ ਬਦਲਣੀ ਪੈਣੀ ਹੈ। ਆਪਣੇ ਭੈੜੇ ਕੁਕਰਮ ਜਿਹੜੇ ਉਹ ਛੱਡਣੇ ਪੈਣੇ ਨੇ। ਤੇ ਅੱਜ ਅਸੀਂ ਬੜੀ ਵੱਡੀ ਸਿੱਖਿਆ ਜਿਹੜੀ ਹੈ ਉਹ ਪ੍ਰਾਪਤ ਕਰ ਸਕਦੇ ਹਾਂ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਵੀ। ਔਰ ਗੁਰੂ ਅੰਗਦ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ, ਭਾਈ ਲਹਿਣਾ ਜੀ ਨੇ ਆਪਣਾ ਆਪ ਛੱਡ ਕੇ ਇਹ ਗੱਲ ਮੰਨ ਲਈ ਕਿ ਬਾਬਾ ਨਾਨਕ ਸਾਹਿਬ ਜੀ ਬਸ ਹੁਣ ਜੇ ਤੇਰੇ ਦਰ ਤੇ ਆ ਗਿਆ ਹਾਂ ਤੇ ਤੇਰਾ ਹਾਂ, ਮੈਂ ਹੁਣ ਬਾਕੀ ਧਰਮ ਦੇ ਨਾਂ ਤੇ ਜਿੰਨੇ ਕੋ ਕਰਮ ਕੀਤੇ ਸੀ ਉਹ ਛੱਡ ਦਿੱਤੇ, ਤੇਰੇ ਦੁਆਰਾ ਚੱਲਾਂਗਾ। ਸੱਚਮੁੱਚ ਜਦੋਂ ਤੇਰੀ ਵਡਿਆਈ ਕੀਤੀ ਹੈ, ਵਡਿਆਈ ਵੱਡਾ ਪਾਇਆ। ਆਓ ਵਡਿਆਈਆਂ ਦੇ ਮਾਲਕ ਨੂੰ ਤਾਂ ਪਾ ਸਕਦੇ ਹਾਂ ਜਦੋਂ ਵਡਿਆਈਆਂ ਦੇ ਮਾਲਕ ਦੇ ਦੁਆਰਾ ਅਸੀਂ ਚੱਲਣਾ ਸ਼ੁਰੂ ਕਰ ਦੇਵਾਂਗੇ। ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।